हाँ बई नमस्कार बई साਰਿਆਂ ਨੂੰ। ਜਿਵੇਂ ਕਿ ਤੁਹਾਨੂੰ ਪਤਾ ਆਪਣੀ ਹਿਸਟਰੀ ਦੀ ਕਲਾਸ ਚੱਲ ਰਹੀ ਹੈ। ਆਪਣੀ ਹਿਸਟਰੀ ਦੇ ਪਹਿਲਾਂ 23 ਲੈਕਚਰ ਕੰਪਲੀਟ ਹੋ ਚੁੱਕੇ ਹੈ। ਅੱਜ ਲੈਕਚਰ ਨੰਬਰ 24 ਹੈ। ਜੋ ਲੈਕਚਰ ਨੰਬਰ 24 ਹੈ ਉਹ ਆਪਣਾ ਗੁਲਾਮ ਵੰਸ਼ ਤੇ ਚੱਲ ਰਿਹਾ ਹੈ। ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਲੈਕਚਰ ਸ਼ੁਰੂ ਕਰਦਾ ਹਾਂ। ਤਾਂ ਹੈਡਿੰਗ ਲਿਖਦੇ ਆਪਾਂ ਗੁਲਾਮ ਵੰਸ਼, ਠੀਕ ਹੈ। ਤਾਂ ਅੱਜ ਗੁਲਾਮ ਵੰਸ਼ ਦੇ ਵਿੱਚ ਸਭ ਤੋਂ ਪਹਿਲਾਂ ਗੁਲਾਮ ਵੰਸ਼ ਜਿਹੜਾ ਸ਼ੁਰੂ ਹੋਇਆ ਸੀ ਉਹ ਦਿੱਲੀ ਸਲਤਨਤ ਤੋਂ ਸ਼ੁਰੂ ਹੋਇਆ ਸੀ। ਤਾਂ ਆਪਾਂ ਹੈਡਿੰਗ ਲਿਖਦੇ ਹਾਂ ਦ दिल्ली सल्तनत, द दिल्ली सल्तनत, ठीक है भाई। तो हैडिंग लिखनी है द दिल्ली सल्तनत, क्लीयर है। उस तो बाद दिल्ली सल्तनत ਦੇ ਵਿੱਚ ਸਭ ਤੋਂ ਪਹਿਲਾਂ ਜੋ ਆਪਾਂ ਪੜਨ ਜਾ ਰਹੇ ਹਾਂ ਉਹ ਹੈਗਾ ਗੁਲਾਮ ਵੰਸ਼। ਗੁਲਾਮ ਵੰਸ਼ ਬਈ ਮੈਂ ਪਿਛਲੇ ਲੈਕਚਰ 'ਚ ਇਹ ਵੀ ਦੱਸਿਆ ਸੀਗਾ ਬਈ ਜੋ ਗੁਲਾਮ ਵੰਸ਼ ਆਇਆ ਸੀ ਉਹ ਜਦੋਂ ਮੁਹੰਮਦ ਗੋਰੀ ਦੀ ਡੈਥ ਹੋ ਗਈ ਸੀ ਉਹ ਇੱਕ ਮਤਲਬ ਨੌਕਰ ਨੂੰ ਗੱਦੀ ਤੇ ਪਾ ਕੇ ਗਿਆ ਸੀਗਾ। ਉਹ ਨੌਕਰ ਦਾ ਨਾਂ ਕੀ ਸੀਗਾ? ਕੁਤਬਦੀਨ ਐਬਕ। ਤਾਂ ਉਹ ਗੁਲਾਮ ਵੰਸ਼ ਹੈ। ਗੁਲਾਮ ਦਾ ਮਤਲਬ ਉਹ ਗੁਲਾਮ ਸੀਗਾ, ਉਹਨੇ ਵੰਸ਼ ਚਲਾਇਆ ਤਾਂ ਨਾਮ ਪੈ ਗਿਆ ਗੁਲਾਮ ਵੰਸ਼। ਉਹਦਾ ਨਾਮ ਕੀ ਸੀ? ਕੁਤਬਦੀਨ ਐਬਕ। ਕੁਤਬਦੀਨ ਐਬਕ ਬਈ ਇਹ ਗੁਲਾਮ ਵੰਸ਼ ਦਾ ਫਾਊਂਡਰ ਸੀਗਾ। ਅਗਰ ਤੁਹਾਨੂੰ ਕਦੇ ਕੁਐਸਚਨ ਆ ਗਿਆ ਬਈ ਦਿੱਲੀ ਸਲਤਨਤ ਕਦੋਂ ਚੱਲਿਆ, ਤਾਂ ਦਿੱਲੀ ਸਲਤਨਤ ਜਿਹੜਾ ਚੱਲਿਆ ਸੀ ਇੱਥੋਂ ਹੀ ਸ਼ੁਰੂ ਹੋਇਆ ਸੀਗਾ। ਤੇ ਗੁਲਾਮ ਵੰਸ਼ ਦਾ ਰਾਜਾ ਕੌਣ ਸੀਗਾ? ਕੁਤਬਦੀਨ ਐਬਕ, ਜਿਹਦਾ ਟਾਈਮ ਪੀਰੀਅਡ ਸੀ 1206 ਤੋਂ ਲੈ ਕੇ 1210 ਤੱਕ। ਕਲੀਅਰ ਹੈ ਬਈ? 1206 ਤੋਂ ਲੈ ਕੇ 1210 ਤੱਕ, ਠੀਕ ਹੈ। ਹੁਣ ਜਿਹੜਾ ਇਹ ਟਾਈਮ ਪੀਰੀਅਡ ਸੀਗਾ ਇਹ ਕੌਣ ਪਾ ਕੇ ਗਿਆ ਸੀਗਾ? ਇਹਨੂੰ ਮੈਂ ਦੱਸਿਆ ਸੀ ਮੁਹੰਮਦ ਗੋਰੀ ਪਾ ਕੇ ਗਿਆ ਸੀ। ਮੁਹੰਮਦ ਗੋਰੀ ਇਹਨੂੰ ਗੱਦੀ ਤੇ ਪਾ ਕੇ ਗਿਆ। ਕਲੀਅਰ ਹੋ ਗਈ ਗੱਲ ਨੂੰ? ਹੁਣ ਜਦੋਂ ਕੁਤਬਦੀਨ ਐਬਕ ਆਇਆ ਸਭ ਤੋਂ ਪਹਿਲਾਂ ਤਾਂ ਦੇਖਿਓ ਇਹਨੇ ਕਿੱਥੇ ਰਾਜ ਕੀਤਾ। ਤਾਂ ਇਹ ਜਦੋਂ ਬੈਠਾ ਸੀਗਾ ਤਾਂ ਇਹ ਦਿੱਲੀ 'ਚ ਰਾਜ ਕਰ ਰਿਹਾ ਸੀ। ਬਈ ਦਿੱਲੀ ਸਲਤਨਤ ਤੋਂ ਪਤਾ ਲੱਗ ਗਿਆ ਬਈ ਕਿੱਥੇ ਰਾਜ ਕਰ ਰਿਹਾ ਸੀ? ਦਿੱਲੀ 'ਚ ਰਾਜ ਕਰ ਰਿਹਾ ਸੀ। ਆਪਾਂ ਨੂੰ ਪਹਿਲੀ ਗੱਲ ਪਤਾ ਲੱਗ ਗਈ। ਉਸ ਤੋਂ ਬਾਅਦ ਬਈ ਇਹਨੂੰ ਟਾਈਟਲ ਕਾਹਦਾ ਮਿਲਿਆ ਹੋਇਆ? ਇਹਨੂੰ ਟਾਈਟਲ ਮਿਲਿਆ ਲੱਖ ਬਖਸ਼, ਠੀਕ ਹੈ ਬਈ। ਇਹਨੂੰ ਟਾਈਟਲ ਕਾਹਦਾ ਮਿਲਿਆ ਹੋਇਆ? ਇਹਨੂੰ ਟਾਈਟਲ ਮਿਲਿਆ ਹੋਇਆ ਲੱਖ ਬਖਸ਼ ਦਾ। ਦੋ ਗੱਲਾਂ ਧਿਆਨ ਨਾਲ ਸਮਝਿਓ। ਇੱਕ ਤਾਂ ਗੁਲਾਮ ਵੰਸ਼ ਦਾ ਫਾਊਂਡਰ ਕੌਣ ਹੈ? ਗੁਲਾਮ ਵੰਸ਼ ਦਾ ਫਾਊਂਡਰ ਹੈ ਕੁਤਬਦੀਨ ਐਬਕ। ਤੇ ਟਾਈਟਲ ਕਾਹਦਾ ਮਿਲਿਆ? ਲੱਖ ਬਖਸ਼ ਦਾ। ਅੱਛਾ, ਲੱਖ ਬਖਸ਼ ਦਾ ਟਾਈਟਲ ਕਿਉਂ ਮਿਲਿਆ? ਧਿਆਨ ਨਾਲ ਸੁਣਿਓ। ਇਹ ਦੱਸਿਆ ਇਹ ਇੱਕ ਗੁਲਾਮ ਸੀਗਾ। ਜਦੋਂ ਇਹਦੇ ਕੋਲ ਰਾਜਪਾਠ ਆ ਗਿਆ ਤਾਂ ਇਹ ਪਾਗਲ ਹੋ ਗਿਆ। ਪਾਗਲ ਹੋਣਾ ਹੀ ਸੀ ਬਈ। ਇੱਕ ਗੁਲਾਮ ਕੋਲ ਇੰਨਾ ਵੱਡਾ ਰਾਜਪਾਠ ਆ ਗਿਆ, ਉਹਨੇ ਪਾਗਲ ਹੋਣਾ ਸੀ। ਇਹ ਜਿਹੜੇ ਪੈਸੇ ਇਕੱਠੇ ਕਰਕੇ ਗਿਆ ਸੀ ਗੋਰੀ, ਉਹਨੂੰ ਚੱਕ ਲੈਂਦਾ, ਗੱਟੇ ਭਰ ਲੈਂਦਾ ਤੇ ਬਾਜ਼ਾਰ 'ਚ ਉਡਾਉਂਦਾ ਜਾਂਦਾ। ਜਿਵੇਂ ਕਹਿੰਦੇ ਬਾਜ਼ਾਰ 'ਚ ਵੀ ਗੇੜਾ ਮਾਰਨ ਚੱਲੇ, ਉਡਾਈ ਗਏ। ਤਾਂ ਐਂ ਕਰਦੇ ਇਹਨੂੰ ਨਾਮ ਮਿਲਿਆ ਲੱਖ ਬਖਸ਼ ਦਾ। ਲੋਕਾਂ ਨੂੰ ਪੈਸੇ ਦਾਨ ਕਰਦੇ। ਕਿਉਂ? ਪਾਗਲ ਹੀ ਹੋਊਗਾ ਬਈ। ਜਦੋਂ ਇੱਕ ਗੁਲਾਮ ਕੋਈ ਰਾਜਾ ਬਣ ਜਾਏ ਪਾਗਲ ਹੀ ਹੋ ਜਾਊਗਾ। ਲੋਕਾਂ 'ਚ ਜਾ ਕੇ ਪੈਸੇ ਸਿੱਟਿਆ ਆ। ਤਾਂ ਇਹਨੂੰ ਟਾਈਟਲ ਮਿਲਿਆ ਸੀ ਲੱਖ ਬਖਸ਼ ਦਾ, ਇਸ ਲਈ, ਠੀਕ ਹੈ। ਫਿਰ ਇਹਨੇ ਕੰਸਟਰਕਸ਼ਨ ਕਰਵਾਈ ਸੀ। ਤਾਂ ਇਹਨੇ 2 ਮਸਕਿਊਜ਼ ਬਣਾਈ ਸੀਗੀ। ਮਸਕਿਊਜ਼ ਹੁੰਦਾ ਮਸਜਿਦ। 2 ਮਸਕਿਊਜ਼ ਬਣਾਈ ਸੀ, ਠੀਕ ਹੈ। ਮਸਕਿਊ ਤਾਂ ਮਸਜਿਦ ਬਣਾਈਆਂ ਸੀ 2। ਕਿਹੜੀ ਬਣਾਈਆਂ ਸੀ? ਪਹਿਲਾਂ ਤਾਂ ਸੁਣ ਲਿਓ। ਜਿਹੜੀ ਪਹਿਲਾਂ ਬਣਾਈ ਸੀਗੀ ਉਹਦਾ ਨਾਮ ਸੀ 2.5 ਦਿਨ ਦਾ ਝੋਪੜਾ। 2.5 ਦਿਨ ਦਾ ਝੋਪੜਾ ਬਈ। 2.5 ਦਿਨ ਦਾ ਝੋਪੜਾ, 2.5 ਦਿਨ ਦਾ ਝੋਪੜਾ ਨਾਮ ਹੀ ਹੈ 2.5 ਦਿਨ ਦਾ ਝੋਪੜਾ। 2.5 ਦਿਨਾਂ ਦੇ ਵਿੱਚ ਬਣ ਕੇ ਤਿਆਰ ਹੋਇਆ ਸੀ। ਇਹ 2.5 ਦਿਨਾਂ 'ਚ ਬਣਿਆ ਸੀ, ਇਸ ਲਈ ਇਹਦਾ ਨਾਮ ਪੈ ਗਿਆ ਸੀ 2.5 ਦਿਨ ਦਾ ਝੋਪੜਾ, ਠੀਕ ਹੈ। ਇਹ ਕਿੱਥੇ ਹੈ ਤੁਹਾਨੂੰ ਪੁੱਛ ਲੈਣ ਤਾਂ ਇਹ ਪੈਂਦਾ ਅਜਮੇਰ 'ਚ। 2.5 ਦਿਨ ਦਾ ਝੋਪੜਾ। ਦੂਜੀ ਗੱਲ, ਕੁਵੈਤ ਉਲ ਇਸਲਾਮ, ਇਹ ਵੀ ਮਸਜਿਦ ਹੈ ਵੀ। ਕੁਵੈਤ ਉਲ ਇਸਲਾਮ ਦੇਖੋ, ਇਹ ਵੀ ਮਸਜਿਦ ਹੈ, ਇਹ ਵੀ ਮਸਜਿਦ ਹੈ। ਇਹ ਕਿੱਥੇ? ਇਹ ਹੈ ਦਿੱਲੀ, ਠੀਕ ਹੈ ਬਈ। ਧਿਆਨ ਨਾਲ ਸੁਣਿਓ। ਇਹ ਕੌਣ ਸੀਗਾ? ਇਹਨੇ 2 ਮਸਜਿਦਾਂ ਬਣਾਈਆਂ। ਕਿਹੜੀ ਬਣਾਈ? 2.5 ਦਿਨ ਦਾ ਝੋਪੜਾ, ਮਤਲਬ 2.5 ਦਿਨਾਂ 'ਚ ਤਿਆਰ ਹੋਇਆ ਸੀਗਾ। ਉਹ ਕਿੱਥੇ? ਅਜਮੇਰ 'ਚ ਹੈ। ਦੂਜਾ ਸੀ ਕੁਵੈਤ ਉਲ ਇਸਲਾਮ। ਕੁਵੈਤ ਉਲ ਇਸਲਾਮ ਜਿਹੜੀ ਮਸਜਿਦ ਹੈ ਉਹ ਕਿੱਥੇ? ਦਿੱਲੀ 'ਚ ਹੈ। ਆਪਾਂ ਨੂੰ 2 ਗੱਲਾਂ ਪਤਾ ਲੱਗ ਗਈਆਂ। ਉਸ ਤੋਂ ਬਾਅਦ ਜਿਹੜਾ ਟਾਈਟਲ ਮਿਲਿਆ ਹੋਇਆ ਇਹਨੂੰ ਕਾਹਦਾ ਮਿਲਿਆ? ਟਾਈਟਲ ਮਿਲਿਆ ਲੱਖ ਬਖਸ਼ ਦਾ। ਕਲੀਅਰ ਹੋ ਗਈ ਗੱਲ ਨੂੰ? ਉਸ ਤੋਂ ਬਾਅਦ ਗੁਲਾਮ ਵੰਸ਼ ਚਲਾਇਆ ਸੀ। ਕਿਹਨੇ ਚਲਾਇਆ ਸੀ? ਕੁਤਬਦੀਨ ਐਬਕ ਨੇ। ਆਪਾਂ ਨੂੰ 3-4 ਗੱਲਾਂ ਪਤਾ ਲੱਗ ਗਈਆਂ। ਉਸ ਤੋਂ ਬਾਅਦ ਇਹ ਤਾਂ ਗੱਲ ਹੋ ਗਈ ਕਲੀਅਰ, ਠੀਕ ਹੈ। ਇਸ ਤੋਂ ਬਾਅਦ ਇਹਨੇ ਕੀ ਕੀਤਾ ਤਾਂ ਤੁਸੀਂ ਸੁਣਿਓ। ਆਪਾਂ ਸੁਣਿਆ ਨਾ ਕੁਤਬ ਮੀਨਾਰ ਦੀ ਕੰਸਟਰਕਸ਼ਨ ਸਟਾਰਟ ਕਰਵਾਈ। ਕੰਸਟਰਕਸ਼ਨ ਸਟਾਰਟ
ठीक है भी। ध्यान नाल देखियो, कुतुब मीनार ਇਹਨੇ ਸ਼ੁਰੂ ਕਰਵਾਇਆ ਸੀ, ਪਰ ਕੁਤੁਬ ਮੀਨਾਰ ਇਹਨੇ ਕੰਪਲੀਟ ਨਹੀਂ ਕਰਵਾਇਆ। ਅੱਗੇ ਕੋਈ ਆਏਗਾ ਉਹਦੇ ਬਾਰੇ ਦੱਸਾਂਗੇ, ਹਲੇ ਮੈਂ ਨਾਮ ਨਹੀਂ ਲਿੰਦਾ ਉਹਦਾ, ਜਦੋਂ ਅੱਗੇ ਪੜਾਂਗੇ ਪਤਾ ਲੱਗ ਜਾਊਗਾ ਵੀ ਕੁਤੁਬ ਮੀਨਾਰ ਇਹਨੇ ਪੂਰਾ ਕਰਵਾਇਆ ਸੀ। ਬਟ ਕੰਸਟਰਕਸ਼ਨ ਸਟਾਰਟ ਕਰਵਾਈ ਸੀ ਕੁਤੁਬ ਮੀਨਾਰ ਦੀ, ਉਹ ਕੌਣ ਸੀਗਾ ਕੰਸਟਰਕਸ਼ਨ ਸਟਾਰਟ ਕਰਨ ਵਾਲਾ? ਉਹ ਸੀਗਾ ਕਰਵਾਈ ਕਿਹਨੇ ਸੀਗੀ? ਕੁਤਬਦੀਨ ਐਬਕ ਨੇ। ਇਹਦੇ ਦਰਬਾਰ ਦੇ ਵਿੱਚ ਦੋ ਪੋਇਟ ਸੀਗੇ, ਦੋ ਕਵੀ ਸੀਗੇ, ਉਹਨਾਂ ਕਵੀਆਂ ਦਾ ਪੁੱਛਿਆ ਜਾਂਦਾ ਹੈ ਕਿਹਦੇ ਦਰਬਾਰ ਦੇ ਕਵੀ ਸੀ, ਤਾਂ ਉਹਨਾਂ ਦਾ ਨਾਂ ਧਿਆਨ 'ਚ ਰੱਖਣਾ ਹੈ। ਤਾਂ ਦੋ ਪੋਇਟ, ਟੂ ਪੋਇਟਸ, ठीक है। पहले का नाम सी फकरुद्दीन, फकरुद्दीन, ठीक है भाई, फकरुद्दीन। दूजा निजाम उल हजीर, लो भाई आ दो बंदियां दे नाम ध्यान च रखियो, निजाम उल हजीर ਤੇ ਦੂਜਾ ਸੀਗਾ ਫਕਰੁद्दीन। ਫਕਰੁद्दीन ਇਹ ਦੋ ਕਵੀ ਸੀਗੇ ਜੋ ਇਹਦੇ ਦਰਬਾਰ 'ਚ ਸੀਗੇ। ਅੱਛਾ, ਇਹਦੀ ਬੁੱਕ ਪੁੱਛ ਲੈਣਾ ਫਕਰੁद्दीन ਦੀ ਕਿਹੜੀ ਬੁੱਕ ਲਿਖੀ ਹੋਈ ਹੈ, ਤਾਂ ਇਹਦੀ ਬੁੱਕ ਲਿਖੀ ਹੋਈ ਹੈ, ਠੀਕ ਹੈ, ਮੁਬਾਰਕ ਸ਼ਾਹੀ। ਮੁਬਾਰਕ ਸ਼ਾਹੀ ਇਹਦੀ ਬੁੱਕ ਆਈ ਸੀ ਵੀ ਮੁਬਾਰਕ ਸ਼ਾਹੀ, ਇੰਪੋਰਟੈਂਟ ਹੈ, ਕਈ ਵਾਰ ਪੁੱਛੀ ਗਈ ਹੈ एग्जाम 'ਚ। ਮੁਬਾਰਕ ਸ਼ਾਹੀ ਬੁੱਕ ਕਿਹਦੀ ਹੈ, ਤਾਂ ਮੁਬਾਰਕ ਸ਼ਾਹੀ ਬੁੱਕ ਫਕਰੁद्दीन ਦੀ ਹੈ। ਫਕਰੁद्दीन ਕਿਹਦੇ ਦਰਬਾਰ ਦਾ ਸੀਗਾ? ਕੁਤਬਦੀਨ ਦੇ ਦਰਬਾਰ ਦਾ ਸੀਗਾ। ਦੂਜਾ ਆ ਗਿਆ ਨਿਜ਼ਾਮ ਉਲ ਹਾਜ਼ਿਰ, ਇਹਦੀ ਕਿਹੜੀ ਬੁੱਕ ਹੈ? ਇਹਦੀ ਬੁੱਕ ਹੈਗੀ ਤਾਜ ਉਲ ਮਸੀਰ, ਤਾਜ ਉਲ ਮਸੀਰ। ਬਈ ਇਹ ਬੁੱਕਸ ਹੈ, ठीक है भाई, ये बुक्स है, ये राइटर है, ये दोवें राइटर है। तो ये पूछ लेंगे फकरुद्दीन ने केड़ी लिखी है? मुबारक शाही लिखी है। निजाम उल हजीर ने केड़ी लिखी है? ताज उल मसीर लिखी है। भाई ये उर्दू दे है ना भाई, तो देखो ये जेडे सीगे तुहानू पता भाई ये सारे मुस्लिम सीगे, तो उस लैंग्वेज च ताज उल मसीर तुहानू एज इट इज एवें ही लिखना पएगा, ताज उल मसीर मुबारक शाही। क्लीयर होगी? निजाम उल हजीर नाम है उन्होंने। क्लीयर होगी गल नू? इहदा ध्यान रखियो। उस तो बाद की होया, ਇਹਨੇ ਕੀ ਕਿਹਾ ਬਈ? ਇਹ ਕੀ ਸੀਗਾ? ਇੱਕ ਮੁਹੰਮਦ ਗੋਰੀ ਸੀ ਜਿਹੜਾ ਪਤਾ ਲੱਗਿਆ ਵੀ ਉਹ ਬਹੁਤ ਤਗੜਾ ਰਾਜਾ ਸੀਗਾ। ਰਾਜਾ ਤਾਂ ਕੀ ਸੀਗਾ, ਮਤਲਬ ਉਹ ਅਮੀਰ ਘਰਾਣੇ ਦਾ ਸੀਗਾ। ਬਾਅਦ 'ਚ ਰਾਜਾ ਤਾਂ ਉਰੇ ਆ ਕੇ ਬਣਿਆ, ਉਹ ਅਮੀਰ ਘਰਾਣੇ ਦਾ ਸੀ। ਉਹਨਾਂ ਦੇ ਸ਼ੌਂਕ ਵੀ ਵੱਡੇ ਵੱਡੇ ਸੀਗੇ, ਗੇਮਾਂ ਵੀ ਵੱਡੀਆਂ ਵੱਡੀਆਂ ਖੇਡਦੇ ਸੀ। ਉਹ ਇੱਕ ਗੇਮ ਖੇਡਦੇ ਸੀ ਚੌਗਾਨ, ਜਿਹਨੂੰ ਆਪਾਂ ਪੋਲੋ ਬੋਲ ਦਿੰਦੇ, ਪੋਲੋ। ਇੱਕ ਗੇਮ ਲਿਖਿਆ, ਮੈਂ ਦੱਸਦਾ ਇਹਦੇ ਬਾਰੇ ਕੀ ਕਹਾਣੀ ਹੈ। ਇਹ ਚੌਗਾਨ ਖੇਡਦਾ ਸੀ ਮੁਹੰਮਦ ਗੋਰੀ। ਇਹ ਕਹਿੰਦਾ ਮੈਂ ਵੀ ਖੇਡਣੀ ਹੈ, ਇਹਨੇ ਵੀ ਜਿੱਦ ਫੜ ਲਈ ਵੀ ਮੈਂ ਵੀ ਖੇਡਣੀ ਹੈ, ਮੈਂ ਵੀ ਖੇਡਣੀ ਹੈ। ਇਹ ਚੌਗਾਨ ਅਮੀਰਾਂ ਦੀ ਗੇਮ ਹੈ। ਇਹਦੇ ਵਿਚਕਾਰ ਕੀ ਹੁੰਦਾ? ਅਮੀਰਾਂ ਦੀ ਤਾਂ ਕਿਵੇਂ ਗੇਮ ਹੈ ਬਈ? ਇਹਦੇ ਵਿੱਚ ਪਹਿਲਾਂ ਘੋੜਾ ਹੁੰਦਾ, ਘੋੜੇ ਦੇ ਵਿੱਚ ਨਾ ਭੱਜਦਾ ਜਾਣਾ ਹੈ, ਤੇ ਨਾ ਉਹ ਜਿਹੜੀ ਇੱਕ ਤੁਸੀਂ ਦੇਖੀ ਹੋਏਗੀ ਸਟਿਕ ਨਾਲ ਬੋਲ ਪਾਣੀ ਹੁੰਦੀ ਹੈ। ਉਹ ਨਾ ਮਤਲਬ ਇੱਕ ਰਾਊਂਡ, ਜਿਵੇਂ ਆਪਾਂ ਕਹਿੰਦੇ ਗੋਲੇ 'ਚ ਬੋਲ ਪਾਣੀ ਹੁੰਦੀ, ਘੋੜੇ ਤੇ ਭੱਜਦੇ ਜਾਓ, ਬੋਲ ਨੂੰ ਮਾਰੋ ਤੇ ਉਹਦੇ ਵਿੱਚ ਸਟਿਕ ਰਾਹੀਂ ਗੋਲੇ 'ਚ ਪਾ ਦਿਓ। ਇਹ ਗੇਮ ਖੇਡਦਾ ਸੀਗਾ ਮੁਹੰਮਦ ਗੋਰੀ। ਇਹਨੇ ਜਿੱਦ ਫੜ ਲਈ ਵੀ ਮੈਂ ਵੀ ਜਾਣਾ, ਮੈਂ ਵੀ ਖੇਡਣੀ ਹੈ, ਮੈਂ ਵੀ ਖੇਡਣੀ ਹੈ। ਤਾਂ ਇਹ ਖੇਡਣ ਗਿਆ, ਸ਼ਾਮ ਨੂੰ ਪਤਾ ਲੱਗਿਆ ਘੋੜੇ ਥੱਲੇ ਆ ਕੇ ਮਰ ਗਿਆ। ਤਾਂ ਇਹ ਕਰਕੇ ਕੌਣ ਮਰਿਆ? ਕੁਤਬਦੀਨ ਐਬਕ, ਉਹੀ ਘੋੜੇ ਥੱਲੇ ਆ ਕੇ ਮਰ ਗਿਆ। ਇਹੋ ਜਿਹਾ ਰਾਜਾ, ਕੋਈ ਰਾਜਾ ਲੜਾਈ 'ਚ ਸ਼ਹੀਦ ਹੁੰਦਾ ਹੈ, ਕੋਈ ਕਿਵੇਂ ਸ਼ਹੀਦ ਹੋਇਆ, ਇਹ ਘੋੜੇ ਥੱਲੇ ਆ ਕੇ ਮਰ ਗਿਆ। ਤਾਂ ਇਹੋ ਜਿਹਾ ਰਾਜਾ ਸੀ ਕੁਤਬਦੀਨ ਐਬਕ, ਇੱਕ ਗੁਲਾਮ ਹੈ। ਤਾਂ ਇੱਕ ਵਾਰੀ ਪੇਪਰ 'ਚ, ਇੱਕ ਵਾਰੀ ਨਹੀਂ ਕਾਫੀ ਵਾਰ ਕੁਐਸਚਨ ਆਇਆ, ਕਿਹੜਾ ਰਾਜਾ ਇਹੋ ਜਿਹਾ ਸੀ ਜੋ ਚੌਗਾਨ ਖੇਡਦੇ ਮਰਿਆ? ਚੌਗਾਨ ਗੇਮ ਹੈ, ਠੀਕ ਹੈ, ਖੇਡਦੇ ਕੌਣ ਮਰਿਆ ਸੀ? ਤਾਂ ਉਹ ਸੀ ਕੁਤਬਦੀਨ ਐਬਕ। ਤੇ ਐਵੇਂ ਕਰਕੇ ਇਹਦੀ 2010 ਦੀ ਡੈਥ ਹੋ ਗਈ। ਕਿਸੇ ਨੇ ਨਹੀਂ ਮਾਰਿਆ ਇਹਨੂੰ, ਖੁਦ ਹੀ ਮਤਲਬ ਘੋੜੇ ਨਹੀਂ ਮਾਰਤਾ ਇਹਨੂੰ। ਇਹ ਚੀਜ਼ ਦਾ ਕਲੀਅਰ ਹੋ ਗਿਆ। ਕਲੀਅਰ ਹੈ? ਇਹਨੂੰ ਧਿਆਨ ਰੱਖੋ, ਕੁਤਬਦੀਨ ਐਬਕ 1206 ਤੋਂ ਲੈ ਕੇ 1210 ਤੱਕ। ਟਾਈਟਲ ਲੱਖ ਬਖਸ਼ ਦਾ, ਕਿਉਂਕਿ ਪੈਸੇ ਉਡਾਉਂਦਾ ਸੀ ਬਈ, ਪੈਸੇ ਉਡਾਉਂਦਾ ਸੀ ਪੂਰੇ ਜ਼ਬਰਦਸਤ ਤਰੀਕੇ ਨਾਲ। ਫਿਰ ਦੋ ਮਸਜਿਦਾਂ ਬਣਾਈਆਂ, 2.5 ਦਿਨ ਦਾ ਝੋਪੜਾ ਅਜਮੇਰ 'ਚ, ਫਿਰ ਕੁਵੈਤ ਉਲ ਇਸਲਾਮ ਕਿੱਥੇ? ਦਿੱਲੀ 'ਚ, ਠੀਕ ਹੈ। ਕੁਤਬ ਮੀਨਾਰ ਸ਼ੁਰੂ ਕਰਵਾਇਆ, ਇਹ ਗੱਲ ਦਾ ਧਿਆਨ ਰੱਖਣਾ ਹੈ। ਫਿਰ ਇਹਨੇ ਦੋ ਪੋਇਟ ਸੀਗੇ, ਫਕਰੁद्दीन ਤੇ ਨਿਜ਼ਾਮ ਉਲ ਨਾਜ਼ਿਮ ਉਲ ਹਸੀਰ। ਇਹਨਾਂ ਦੀ ਦੋ ਬੁੱਕਾਂ ਸੀਗੀਆਂ, ਮੁਬਾਰਕ ਸ਼ਾਹੀ ਤੇ ਤਾਜ ਉਲ ਮਸੀਰ। ਕਲੀਅਰ ਹੋ ਗਈ ਗੱਲ ਨੂੰ? ਇਹਨੂੰ ਨੋਟ ਡਾਊਨ ਕਰੋ, ਅਗਲੇ ਰਾਜੇ ਤੇ ਚੱਲਦੇ ਆ, ਪਹਿਲਾਂ ਨੋਟ ਡਾਊਨ ਕਰ ਲਓ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਸੀ ਆਰਾਮ ਸ਼ਾਹ। ਇਹ ਕਿਹਦਾ ਮੁੰਡਾ ਸੀ? ਇਹ ਕੁਤਬਦੀਨ ਐਬਕ ਦਾ ਮੁੰਡਾ ਸੀ, ਠੀਕ ਹੈ। ਜਿਹਦਾ ਨਾਮ ਹੀ ਆਰਾਮ ਹੋਵੇ, ਉਹ ਕੰਮ ਕੀ ਕਰੂਗਾ? ਕੁਝ ਵੀ ਨਹੀਂ। ਤਾਂ ਇਹਦਾ ਟਾਈਮ ਪੀਰੀਅਡ ਬੜਾ ਜ਼ਬਰਦਸਤ ਹੈ। ਤਾਂ ਟਾਈਮ ਪੀਰੀਅਡ ਦੇਖਿਓ ਮਾੜਾ ਜਿਹਾ, ਬਸ, ਠੀਕ ਹੈ। ਇੰਨਾ ਕੁ ਟਾਈਮ ਜ਼ਬਰਦਸਤ ਹੈ। ਤੇ ਇਹਨੇ ਕੰਮ ਕੀ ਕੀਤਾ ਹੋਏਗਾ? ਕੁਝ ਵੀ ਨਹੀਂ, ਸਾਰਾ ਦਿਨ ਖਾ ਕੇ ਸੁੱਤਾ ਰਹਿੰਦਾ ਨਸ਼ਿਆਂ 'ਚ। ਤਾਂ ਆਰਾਮ ਸ਼ਾਹ ਨੇ ਸਾਰਾ ਉਮਰ ਆਰਾਮ ਹੀ ਕੀਤਾ ਹੈ। ਬਸ ਇਹਦੇ ਟਾਈਮ 'ਚ ਇੱਕ ਗਵਰਨਰ ਸੀਗਾ, ਮੈਂ ਦੱਸਦਾ ਉਹਦਾ ਨਾਂ। ਤਾਂ ਧਿਆਨ ਰੱਖਿਓ, ਇਹਨੇ ਕੰਮ ਕੋਈ ਨਹੀਂ ਕੀਤਾ। ਗਵਰਨਰ ਆਫ ਬਦਾਊਨ, ਬਈ ਇਹਦੇ ਟਾਈਮ ਤੇ ਗਵਰਨਰ ਸੀਗਾ ਬਦਾਊਨ ਦਾ। ਗਵਰਨਰ ਕੌਣ ਸੀਗਾ? ਇਲਤੁਤਮਿਸ਼। ਇਲਤੁਤਮਿਸ਼ ਕੌਣ ਸੀਗਾ? ਧਿਆਨ ਰੱਖਿਓ, ਇਹ ਜੀਜਾ ਸੀਗਾ।
ਇਹ ਜੀਜਾ ਸੀਗਾ, ਕਿਹਦਾ ਜੀਜਾ ਸੀਗਾ? ਇਹਦਾ, ਆਰਾਮ ਸ਼ਾਹ ਦਾ। ਮਤਲਬ ਇਹ ਸਾਲਾ ਹੋ ਗਿਆ, ਮਤਲਬ ਆਰਾਮ ਸ਼ਾਹ ਸਾਲਾ ਹੋ ਗਿਆ। ਇਹਦਾ ਮਤਲਬ ਜਿਹੜਾ ਕੁਤਬਦੀਨ ਐਬਕ ਹੋ ਗਿਆ ਉਹ ਇਹਦਾ ਸੋਹਰਾ ਸੀਗਾ। ਕੁਤਬਦੀਨ ਐਬਕ ਇਹਦਾ ਸੋਹਰਾ ਸੀਗਾ। ਹੁਣ ਕੰਮ ਕਰੇ ਜੀਜਾ, ਸਾਲਾ ਬੈਠ ਕੇ ਸੁੱਤਾ ਰਵੇ। ਇਹਨੂੰ ਆ ਗਿਆ ਗੁੱਸਾ, ਇਹਨੇ ਚੱਕ ਕੇ ਰਾਤ ਨੂੰ ਇਹਦੀ ਹੱਤਿਆ ਕਰਤੀ। ਬਈ ਤੂੰ ਆਪਦਾ ਖੇਡ, ਹੁਣ ਗੱਦੀ ਤੇ ਮੈਂ ਆਉਂਗਾ। ਤੇ ਕੌਣ ਬੈਠਾ? ਇਲਤੁਤਮਿਸ਼ ਬੈਠਾ। ਇਲਤੁਤਮਿਸ਼ ਬੜਾ ਹੀ ਜ਼ਬਰਦਸਤ ਰਿਹਾ ਆਪਦੇ ਟਾਈਮ ਦਾ। ਤਾਂ ਇਲਤੁਤਮਿਸ਼ ਦਾ ਟਾਈਮ ਪੀਰੀਅਡ ਨੋਟ ਕਰਿਓ। ਇੱਥੋਂ ਆ ਗਿਆ ਸੀ ਇਲਤੁਤਮਿਸ਼। ਇਲਤੁਤਮਿਸ਼, ਬਈ ਇਲਤੁਤਮਿਸ਼ ਦਾ ਟਾਈਮ ਪੀਰੀਅਡ 1211 ਤੋਂ ਲੈ ਕੇ 1236 ਤੱਕ ਬੰਦੇ ਦਾ ਟਾਈਮ ਪੀਰੀਅਡ ਬੜਾ ਜ਼ਬਰਦਸਤ ਰਿਹਾ ਇਹਦਾ, ਇਲਤੁਤਮਿਸ਼ ਦਾ। ਤਾਂ ਲਿਖਣਾ ਗ੍ਰੇਟ ਰੂਲਰ ਰਿਹਾ। ਇਹ ਗ੍ਰੇਟ ਰੂਲਰ ਰਿਹਾ ਕਿਹੜੇ ਵੰਸ਼ ਦਾ? ਗੁਲਾਮ ਵੰਸ਼ ਦਾ। ਤਾਂ ਹੀ ਵਾਸ ਗ੍ਰੇਟ ਰੂਲਰਸ, ਠੀਕ ਹੈ, ਆਫ ਗੁਲਾਮ ਵੰਸ਼। ਗੁਲਾਮ ਵੰਸ਼ ਦਾ ਸਭ ਤੋਂ ਗ੍ਰੇਟ ਰਾਜਾ ਰਿਹਾ ਇਹ, ਠੀਕ ਹੈ। ਉਹ ਕਿਉਂ ਰਿਹਾ ਉਹਦੇ ਬਾਰੇ ਮੈਂ ਦੱਸਦਾ ਹੁਣੀ। ਪਹਿਲੀ ਗੱਲ ਤਾਂ ਇਹਨੇ ਆਪਦੇ ਸਾਲੇ ਦੀ ਹੱਤਿਆ ਕੀਤੀ ਤੇ ਗੱਦੀ ਤੇ ਆ ਗਿਆ। ਕਲੀਅਰ ਹੋ ਗਿਆ। ਕੁਤਬਦੀਨ ਐਬਕ ਪਹਿਲਾਂ ਹੀ ਮਰ ਚੁੱਕਿਆ ਸੀਗਾ, ਹੁਣ ਇਹ ਆ ਗਿਆ। ਹੁਣ ਇਹਨੇ ਕੀ ਕੀਤਾ? ਇਹਦੇ ਟਾਈਮ ਤੇ 1215 ਚ ਯਲਡੋਜ਼ ਦਾ ਅਟੈਕ ਹੋਇਆ। ਯਲਡੋਜ਼ ਅਟੈਕ। ਬਈ ਜੋ ਯਲਡੋਜ਼ ਸੀਗਾ ਇਹ ਐਸੇ ਗਜਨੀ ਵਰਗਾ ਸੀ, ਇੱਕ ਲੁਟੇਰਾ ਸੀਗਾ, ਲੁੱਟਣ ਆਇਆ ਸੀਗਾ, ਭਾਰਤ ਨੂੰ ਲੁੱਟਣ ਆਇਆ ਸੀ। ਪਰ ਉਹਨੂੰ ਇਹ ਨਹੀਂ ਪਤਾ ਸੀ ਕੌਣ ਬੈਠਾ ਹੈ, ਇਲਤੁਤਮਿਸ਼ ਬੈਠਾ ਹੈ। ਬੁਰੇ ਤਰੀਕੇ ਨਾਲ ਪਿੱਟ ਕੇ ਗਿਆ। ਕੌਣ ਪਿੱਟ ਕੇ ਗਿਆ? ਯਲਡੋਜ਼, ਬੁਰੇ ਤਰੀਕੇ ਨਾਲ। ਦੇਖੋ ਅਗਰ ਇਹਦੀ ਥਾਂ ਤੇ ਗਜਨੀ ਵਗੈਰਾ ਹੁੰਦੇ ਤਾਂ ਉਹ ਵੀ ਪਿੱਟ ਕੇ ਜਾਂਦੇ। ਇਲਤੁਤਮਿਸ਼ ਤੋਂ ਬਹੁਤ ਹੀ ਤਗੜਾ ਮੰਨਿਆ ਗਿਆ ਇਲਤੁਤਮਿਸ਼। ਕਲੀਅਰ ਹੋ ਗਈ। ਤਾਂ 1215 ਚ ਅਟੈਕ ਕਰਨਾ ਯਲਡੋਜ਼, ਐਸੇ ਗਜਨੀ ਟਾਈਪ ਕਹਿ ਸਕਦੇ ਹੋ, ਲੁਟੇਰਾ ਸੀਗਾ, ਜਿਵੇਂ ਗਜਨੀ ਮੁਹੰਮਦ ਗਜਨੀ ਆਇਆ ਸੀਗਾ। ਬਹੁਤ ਬੁਰੇ ਤਰੀਕੇ ਨਾਲ ਪਿੱਟਿਆ। ਇਹ ਤਾਂ ਚਲੋ ਠੀਕ ਹੈ, ਉਹ ਕੋਈ ਦਿੱਕਤ ਵਾਲੀ ਗੱਲ ਨਹੀਂ। ਇਸ ਤੋਂ ਬਾਅਦ 1221 ਚ ਕੌਣ ਆਇਆ? ਚੰਗੇਜ਼ ਖਾਨ। ਤੁਸੀਂ ਇਹਦੇ ਨਾਂ ਤੋਂ ਬੜੇ ਜਾਣਦੇ ਹੋਵੋਗੇ। ਚੰਗੇਜ਼ ਖਾਨ ਕਿੱਥੋਂ ਆਏ ਸੀ? ਮੰਗੋਲੀਆ ਤੋਂ। ਮੰਗੋਲੀਅਨ ਤੋਂ ਆਇਆ ਸੀਗਾ ਚੰਗੇਜ਼ ਖਾਨ। ਕਿਹੜੀ ਕੰਟਰੀ ਤੋਂ ਆਇਆ ਸੀ? ਮੰਗੋਲੀਅਨ ਤੋਂ ਆਇਆ ਸੀ ਚੰਗੇਜ਼ ਖਾਨ। ਬਾਬਰ ਦੇ ਮਤਲਬ ਬਈ ਮੰਮੀ ਦੀ ਪੀੜ੍ਹੀ ਚੋਂ ਸੀ, ਆਪਾਂ ਕਹਿੰਦੇ ਨਾਨੀ ਪੜਨਾਨੀ, ਉਹਨਾਂ ਦੀ ਪੀੜ੍ਹੀ ਚੋਂ ਸੀ ਬਾਬਰ ਦੇ। ਚੰਗੇਜ਼ ਖਾਨ ਬਹੁਤ ਤਗੜਾ ਰਾਜਾ ਰਿਹਾ ਚੰਗੇਜ਼ ਖਾਨ। ਇਹਨੇ ਬਹੁਤ ਮਤਲਬ ਆਤਕ ਮਚਾਇਆ ਸੀਗਾ। ਪਰ ਜਦੋਂ ਪਤਾ ਲੱਗਿਆ ਇਹਨੇ ਅਟੈਕ ਕੀਤਾ ਭਾਰਤ ਤੇ, ਕੌਣ ਬੈਠਾ ਸੀ? ਇਲਤੁਤਮਿਸ਼। ਇਹ ਵੀ ਬੁਰੀ ਤਰ੍ਹਾਂ ਹਾਰ ਕੇ ਗਿਆ। ਕਿਸ ਤੋਂ ਹਾਰ ਕੇ ਗਿਆ? ਇਲਤੁਤਮਿਸ਼ ਤੋਂ। ਤਾਂ ਇਥੋਂ ਅੰਦਾਜ਼ਾ ਲਗਾ ਲਓ ਇਲਤੁਤਮਿਸ਼ ਕਿੰਨਾ ਤਗੜਾ ਰਿਹਾ। ਚੰਗੇਜ਼ ਖਾਨ ਬਾਬਰ ਦੇ ਨਾਨੇ ਪੜਨਾਨੇ ਤੱਕ ਨਹੀਂ ਛੱਡੇ। ਕਿਹਨੇ ਨਹੀਂ ਛੱਡੇ? ਇਲਤੁਤਮਿਸ਼ ਨੇ ਨਹੀਂ ਛੱਡੇ। ਯਲਡੋਜ਼ ਨੂੰ ਹਰਾਇਆ, ਪਹਿਲੀ ਗੱਲ ਤਾਂ। ਦੂਜੀ ਗੱਲ, ਚੰਗੇਜ਼ ਖਾਨ ਨੂੰ ਹਰਾਇਆ। ਦੂਜੀ ਗੱਲ ਹੋਰ ਇਹਨੇ ਕੀ ਕਰਾਇਆ? ਦੇਖੋ ਹੋਰ ਇਹਨੇ ਕੀ ਕਰਾਇਆ। ਜਿਹੜਾ ਮੈਂ ਦੱਸਿਆ ਸੀ ਕੁਤਬ ਮੀਨਾਰ ਸ਼ੁਰੂ ਕਰਵਾਇਆ। ਕਿਹਨੇ ਸ਼ੁਰੂ ਕਰਾਇਆ ਸੀ? ਕੁਤਬਦੀਨ ਐਬਕ ਨੇ ਕੁਤਬ ਮੀਨਾਰ ਕੰਪਲੀਟ ਕਰਵਾਇਆ। ठीक है भाई, कुतुब मीनार कंप्लीटेड बाय किहदे द्वारा? इल्तुतमिश द्वारा। इल्तुतमिश बई स्टार्ट ਉਹਨੇ ਕਰਵਾਇਆ ਸੀਗਾ ਤੇ ਕੁਤਬ ਮੀਨਾਰ ਪੂਰਾ ਇਹਨੇ ਕਰਵਾਇਆ। ਇਹਦਾ ਧਿਆਨ ਰੱਖਿਓ। ਕਲੀਅਰ ਹੋ ਗਈ ਗੱਲ ਨੂੰ। ਉਸ ਤੋਂ ਬਾਅਦ ਇਹਨੇ ਕੀ ਕੀਤਾ ਸੀ? ਇਹਨੇ ਇੱਕ 40 ਮੈਚ ਦੀ ਟੀਮ ਬਣਾਈ ਸੀ ਜਿਹਨੂੰ ਬੋਲਿਆ ਸੀ ਚਾਲੀਸਾ ਸਿਸਟਮ। ਚਾਲੀਸਾ ਹੁਣ ਹਨੂਮਾਨ ਚਾਲੀਸਾ ਨਾ ਇਹਦੇ ਵਿੱਚ ਦੇਖ ਲਿਓ, ਠੀਕ ਹੈ। ਚਾਲੀਸਾ ਸਿਸਟਮ ਕੀ ਸੀ? ਮਤਲਬ ਬਈ ਇਹਨੂੰ ਕਹਿੰਦਾ ਸੀ ਬਈ ਗੱਦੀ ਤੇ ਨਾ ਕੋਈ ਰਾਜਾ ਹੈ, ਕਈ ਵਾਰ ਫੈਸਲੇ ਗਲਤ ਲੈ ਸਕਦਾ। ਕਈ ਵਾਰੀ ਉਹਦਾ ਮਤਲਬ ਬਈ ਕਈ ਵਾਰ ਇਕੱਲਾ ਬੰਦਾ ਕੋਈ ਫੈਸਲਾ ਗਲਤ ਲੈ ਸਕਦਾ। ਚਾਲੀਸਾ ਦੇ ਵਿੱਚ ਸੀ 40 ਮੈਚ ਦੀ ਟੀਮ। 40 ਮੈਚ ਦੀ ਟੀਮ ਹੋਏਗੀ। 40 ਮੈਚ ਦੀ ਟੀਮ ਤੁਸੀਂ ਐ ਸਮਝ ਲਓ 40 ਬੰਦਿਆਂ ਦੀ ਟੀਮ। ਬਈ ਜੋ ਉਹਨੇ ਫੈਸਲਾ ਲੈ ਲਿਆ ਉਹ ਰਾਜੇ ਨੂੰ ਵੀ ਮੰਨਣਾ ਪੈਣਾ ਹੈ। ਤਾਂ 40 ਬੰਦਿਆਂ ਦੀ ਟੀਮ ਸੀ ਜੋ ਕਿ ਦਰਬਾਰ 'ਚ ਬੈਠੇਗੀ। ਜੋ ਉਹਨਾਂ ਨੇ ਫੈਸਲਾ ਲੈ ਲਿਆ ਉਹ ਰਾਜੇ ਨੂੰ ਮੰਨਣਾ ਪੈਣਾ ਹੈ। ਇਹੋ ਜਿਹਾ ਸੀਗਾ ਇਲਤੁਤਮਿਸ਼। ਬਈ ਮੈਂ ਵੀ ਨਹੀਂ ਟਾਲ ਪਾਊਂਗਾ। ਇਲਤੁਤਮਿਸ਼ ਦਾ ਕਹਿਣਾ ਸੀ ਅਗਰ ਉਹ 40 ਬੰਦਿਆਂ ਨੇ ਕਹਿਤਾ ਤਾਂ ਇਲਤੁਤਮਿਸ਼ ਵੀ ਨਹੀਂ ਟਾਲ ਪਾਏਗਾ। ਇਹ ਗੱਲ ਕਹਿੰਦਾ ਸੀ ਚਾਲੀਸਾ। ਕਲੀਅਰ ਹੋ ਗਈ ਗੱਲ ਨੂੰ। ਤਾਂ ਦੁਬਾਰਾ ਫੇਰ ਦੱਸਦਾ। ਆਰਾਮ ਸ਼ਾਹ ਆਰਾਮ ਕਰਨ ਵਾਲਾ 1210 ਤੇ ਆਇਆ, 1211 ਨੂੰ ਹੀ ਮਾਰਤਾ, ਉਹਦੇ ਜੀਜੇ ਨੇ ਮਾਰਤਾ ਇਲਤੁਤਮਿਸ਼ ਨੇ। ਇਲਤੁਤਮਿਸ਼ ਕਿੱਥੋਂ ਦਾ ਗਵਰਨਰ ਰਿਹਾ ਸੀ? ਬਦਾਊਨ ਦਾ ਗਵਰਨਰ ਰਿਹਾ ਸੀ, ਪਹਿਲੀ ਗੱਲ ਤਾਂ। ਉਸ ਤੋਂ ਬਾਅਦ ਇਲਤੁਤਮਿਸ਼ ਜਿਹੜਾ ਆਇਆ 1211 ਤੋਂ ਲੈ ਕੇ 1236 ਤੱਕ ਆਇਆ। ਇਹ ਆਪਾਂ ਨੂੰ ਪਤਾ ਲੱਗ ਗਿਆ। ਹੀ ਵਾਸ ਦਾ ਗ੍ਰੇਟ ਰੂਲਰ ਆਫ ਗੁਲਾਮ ਵੰਸ਼। ਗੁਲਾਮ ਵੰਸ਼ ਦਾ ਗ੍ਰੇਟ ਰੂਲਰ ਰਿਹਾ, ਇਹ ਤੁਸੀਂ ਧਿਆਨ ਰੱਖਿਓ। ਉਸ ਤੋਂ ਬਾਅਦ ਇਹਨੇ ਯਲਡੋਜ਼ ਨੂੰ ਹਰਾਇਆ। ਯਲਡੋਜ਼ ਕਿਹੜਾ ਸੀਗਾ? ਮੈਂ ਦੱਸਿਆ ਸੀ ਐਜ਼ ਏ ਗਜਨੀ ਟਾਈਪ ਅਟੈਕ ਸੀਗਾ, ਬਈ ਲੁਟੇਰਾ ਸੀਗਾ। ਇਹ ਹਾਰ ਕੇ ਗਿਆ ਬਹੁਤ ਬੁਰੇ ਤਰੀਕੇ ਨਾਲ। ਚੰਗੇਜ਼ ਖਾਨ ਹਾਰ ਗਿਆ। ਇਹ ਵੀ ਬਹੁਤ ਵੱਡੀ ਗੱਲ ਹੈ। ਕਿਸ ਤੋਂ ਹਾਰ ਗਿਆ? ਇਲਤੁਤਮਿਸ਼ ਤੋਂ ਹਾਰ ਗਿਆ। ਕੁਤਬ ਮੀਨਾਰ ਕੰਪਲੀਟ ਕਰਵਾਇਆ ਇਹ ਬੰਦੇ ਨੇ। ਚਾਲੀਸਾ ਸਿਸਟਮ ਇਹਨੇ ਸ਼ੁਰੂ ਕਰਵਾਇਆ। ਤਾਂ ਪਹਿਲਾਂ ਇਹਨੂੰ ਨੋਟ ਡਾਊਨ ਕਰ ਲਓ, ਫਿਰ ਆਪਾਂ ਅੱਗੇ ਚੱਲਦੇ ਹਾਂ। ਨੋਟ ਡਾਊਨ। ਹਾਂ ਬਈ, ਉਸ ਤੋਂ ਬਾਅਦ
ਉਸ ਤੋਂ ਬਾਅਦ ਵੀ ਇਲਤੁਤਮਿਸ਼ ਨੇ ਹੋਰ ਕੀ ਕਰਵਾਇਆ, ਇਲਤੁਤਮਿਸ਼ ਬਈ ਇਲਤੁਤਮਿਸ਼ ਦਾ ਟਾਈਮ ਪੀਰੀਅਡ ਤਾਂ ਆਪਾਂ ਦੇਖ ਲਿਆ। ਹੋਰ ਇਹਨੇ ਸਿਲਵਰ ਟਕਸਾਲ, ਜਿਵੇਂ ਆਪਾਂ ਟਕਸਾਲ ਕਹਿੰਦੇ, ਜਿਵੇਂ ਸਿੱਕਿਆਂ ਦੀ ਟਕਸਾਲ ਕਹਿ ਦਿੰਦੇ ਹਾਂ, ਤਾਂ ਉਵੇਂ ਹੀ ਭਾਰਤ ਵਿੱਚ ਸਿਲਵਰ ਟਾਂਕਾ ਐਂਡ ਕੋਪਰ ਜਿੱਤਲ ਇਹ ਟਕਸਾਲ ਸ਼ੁਰੂ ਕਰਾਈ। ਅਗਰ ਕਦੇ ਆ ਜਾਏ ਵੀ ਇਹਨੇ ਕਿਹੜੀ ਟਕਸਾਲ ਸ਼ੁਰੂ ਕਰਵਾਈ ਸੀ, ਇੱਕ ਤਾਂ ਕੋਪਰ ਦੀ ਲਿਖ ਲਿਓ ਜਿੱਤਲ, ਕੋਪਰ ਜਿੱਤਲ, ਤੇ ਦੂਜੀ ਕਿਹੜੀ ਸੀ, ਸਿਲਵਰ ਟਾਂਕਾ ਇਹਨੇ ਸ਼ੁਰੂ ਕਰਵਾਇਆ। ਕਲੀਅਰ ਹੈ। ਇਹਦੇ ਟਾਈਮ ਤੇ ਵੀ ਇੱਕ ਪੋਇਟ ਸੀਗਾ, ਪੋਇਟ ਕਵੀ ਕੌਣ ਸੀਗਾ, ਮਿਨਹਾਜ ਉਸ ਸਿਰਾਜ। ਬਈ ਤੁਸੀਂ ਕਹੋਗੇ ਇਹ ਕਿਹੋ ਜਿਹੇ ਨਾਮ ਹੈਗੇ ਆ, ਕਿਉਂਕਿ ਬਈ ਇਹ ਐਜ਼ ਤੁਹਾਨੂੰ ਪਤਾ ਇਹ ਮੁਸਲਿਮ ਟਾਈਪ ਸੀਗੇ, ਤਾਂ ਇਸ ਲਈ ਇਹਨਾਂ ਦੇ ਨਾਮ ਵੀ ਉਹੋ ਜਿਹੇ ਹੋਣਗੇ। ਠੀਕ ਹੈ, ਸੁਰਾਜ, ਉਰਾਜ, ਮਿਨਹਾਜ, ਮਨੂਜ, ਤਾਂ ਸਾਰੇ ਧਿਆਨ ਰੱਖੋ, ਮਿਨਹਾਜ ਉਸ ਸਿਰਾਜ ਇਹਦਾ ਨਾਮ ਸੀਗਾ। ਕਲੀਅਰ ਹੈ। ਉਸ ਤੋਂ ਬਾਅਦ ਇਹਦੀ ਬੁੱਕ ਸੀਗੀ, ਬੁੱਕ ਦਾ ਵੀ ਨਾਂ ਧਿਆਨ 'ਚ ਰੱਖਣਾ ਪਏਗਾ, ਤਬਾਕਤ ਆਈ ਨਾਸਿਰੀ, ਤਬਾਕਤ ਆਈ ਨਾਸਿਰੀ। ਠੀਕ ਹੈ ਬਈ, ਤਬਾਕਤ ਆਈ ਨਾਸਿਰੀ ਇਹ ਕੀ ਸੀਗੀ, ਬੁੱਕ ਸੀਗੀ ਤਬਾਕਤ ਆਈ ਨਾਸਿਰੀ। ਇਹ ਬੁੱਕ ਦਾ ਨਾਮ ਹੈ ਬਈ, ਇਹ ਬੁੱਕ ਹੈ ਕਿਹਦੇ ਦੁਆਰਾ ਲਿਖੀ ਗਈ ਹੈ, ਮਿਨਹਾਜ ਉਰ ਸਿਰਾਜ, ਜੋ ਕਿ ਇੱਕ ਕਵੀ ਸੀਗੇ। ਕਿਹਦੇ ਦਰਬਾਰ 'ਚ ਸੀਗੇ, ਇਲਤੁਤਮਿਸ਼ ਦੇ ਦਰਬਾਰ 'ਚ ਸੀਗੇ। ਇਲਤੁਤਮਿਸ਼ ਨੂੰ ਕੀ ਕਹਿੰਦਾ, ਬਿਲਡਿੰਗ ਆਫ ਫਾਦਰ ਆਫ ਥੰਬ। ਠੀਕ ਹੈ, ਫਾਦਰ ਆਫ ਥੰਬਸ ਆਫ ਬਿਲਡਿੰਗ, ਥੰਬ ਬਿਲਡਿੰਗ। ਬਸ ਬਈ ਜਿਹੜੇ ਥੰਬ ਬਣਦੇ ਸੀਗੇ, ਤੁਸੀਂ ਲਗਾ ਲਓ ਬਈ ਜਿੰਨੇ ਵੀ ਮਤਲਬ ਮੁਸਲਮਾਨਾਂ ਦੀ ਕੋਈ ਤੁਸੀਂ ਲਾ ਲਓ, ਇਹਨਾਂ ਦੇ ਜਿੰਨੇ ਵੀ ਮਤਲਬ ਕਹਿਣ ਦਾ ਮਤਲਬ ਕੋਈ ਕਬਰਾਂ ਹੋ ਗਈਆਂ ਜਾਂ ਕਿਸੇ ਵੀ ਚੀਜ਼ ਦੀ ਮਸਜਿਦ ਹੋ ਗਈ, ਕਿਸੇ ਵੀ ਚੀਜ਼ ਨੂੰ ਲੈ ਕੇ, ਤਾਂ ਇਹਨੇ ਬਹੁਤ ਜ਼ਿਆਦਾ ਕੰਸਟਰਕਸ਼ਨ ਕਰਵਾਈ ਸੀ, ਇਸ ਲਈ ਇਹਨੂੰ ਫਾਦਰ ਆਫ ਥੰਬ ਬੋਲਦੇ ਸੀਗੇ। ਬਈ ਜਿਹੜੀ ਚੀਜ਼ ਇਹਨਾਂ ਨੂੰ ਥੰਬ ਹੁੰਦੇ ਨਾ, ਜਿਵੇਂ ਇਹਨਾਂ ਦੀ ਮਤਲਬ ਤੁਸੀਂ ਐ ਲਾ ਲਓ ਕਬਰਾਂ ਵਗੈਰਾ ਲਗਾ ਲਓ, ਉਹ ਚੀਜ਼ਾਂ ਨੂੰ ਲਗਾ ਲਓ, ਤਾਂ ਇਸ ਲਈ ਇਹਨਾਂ ਨੂੰ ਕਹਿੰਦੇ ਸੀ ਫਾਦਰ ਆਫ ਥੰਬਸ ਬਿਲਡਿੰਗਸ। ਕੌਣ ਸੀਗਾ ਫਾਦਰ ਆਫ ਥੰਬ ਬਿਲਡਿੰਗ ਦੇ ਨਾਲ, ਤੁਸੀਂ ਬਸ ਧਿਆਨ ਰੱਖਣਾ ਹੈ। ਫਾਦਰ ਆਫ ਥੰਬ ਬਿਲਡਿੰਗ ਦੇ ਨਾਲ ਕਿਹਨੂੰ ਜਾਣਿਆ ਜਾਂਦਾ, ਇਲਤੁਤਮਿਸ਼ ਨੂੰ ਜਾਣਿਆ ਜਾਂਦਾ ਹੈ। ਇਲਤੁਤਮਿਸ਼ ਕੌਣ ਸੀ, ਜਿਹਨੇ ਸਿਲਵਰ ਟਾਂਕਾ ਟਕਸਾਲ ਸ਼ੁਰੂ ਕਰਵਾਈ, ਕੋਪਰ ਜਿੱਤਲ ਸ਼ੁਰੂ ਕਰਵਾਇਆ। ਇਹਦੇ ਦਰਬਾਰ 'ਚ ਕੌਣ ਸੀਗਾ, ਪੋਇਟ ਕੌਣ ਸੀ, ਮਿਨਹਾਜ ਉਰ ਸਿਰਾਜ ਤੇ ਤਬਾਕਤ ਆਈ ਨਾਸਿਰੀ। ਕਲੀਅਰ ਹੋ ਗਈ ਗੱਲ ਨੂੰ। ਉਸ ਤੋਂ ਬਾਅਦ ਫਾਦਰ ਆਫ ਥੰਬ ਬਿਲਡਿੰਗ ਵੀ ਇਹਨੂੰ ਕਿਹਾ ਜਾਂਦਾ ਹੈ, ਇਹ ਗੱਲ ਦਾ ਤੁਹਾਨੂੰ ਧਿਆਨ ਰੱਖਣਾ ਪਏਗਾ। ਉਸ ਤੋਂ ਬਾਅਦ ਠੀਕ ਹੈ, ਇੱਕ ਧਿਆਨ ਨਾਲ ਸੁਣਿਓ, ਇਹਦੀ ਆਪਦੀ ਵੀ ਜਿਹੜੀ ਕਬਰ ਹੈ ਉਹ ਵੀ ਦਿੱਲੀ 'ਚ ਬਣੀ ਹੋਈ ਹੈ, ਦਿੱਲੀ ਦੇ ਵਿੱਚ ਹੈ ਇਹਦੀ ਮੇਨਲੀ ਕਬਰ, ਤਾਂ ਇਹਦਾ ਵੀ ਧਿਆਨ ਰੱਖਿਓ ਮਾੜਾ ਜਿਹਾ। ਕੌਣ ਸੀਗਾ, ਇਲਤੁਤਮਿਸ਼। ਕਲੀਅਰ ਹੈ। ਤਾਂ ਤੁਹਾਨੂੰ ਪਤਾ ਲੱਗ ਗਿਆ ਵੀ ਇਲਤੁਤਮਿਸ਼ ਕਿੰਨਾ ਤਗੜਾ ਰਿਹਾ, ਇਹ ਤੁਹਾਨੂੰ ਪਤਾ ਲੱਗ ਗਿਆ, ਕਿਉਂਕਿ ਜਿਹਨੇ ਚੰਗੇਜ਼ ਖਾਨ ਤੱਕ ਨਹੀਂ ਛੱਡੇ, ਜਿਹਨੇ ਆਪਦਾ ਰਾਜ ਪਾਠ ਕਿੱਥੋਂ ਤੱਕ ਬੁਲਾ ਲਿਆ ਸੀ, ਇਹਨੇ ਕੀ ਕੈਪਚਰ ਕੀਤਾ, ਹੀ ਵਾਸ ਕੈਪਚਰਡ ਰਣਥੰਭੋਰ ਦਾ ਕਿਲਾ, ਰਣਥੰਭੋਰ, ਗਵਾਲੀਅਰ, ਅਜਮੇਰ, ਮਾਲਵਾ ਦਾ ਕਿਲਾ। ਬਈ ਆ ਸਾਰੇ ਕਿਲੇ ਇਹਨੇ ਜਿੱਤੇ ਸੀ। ਰਣਥੰਭੋਰ ਵਾਲਾ ਕਿਲਾ, ਗਵਾਲੀਅਰ ਵਾਲਾ ਕਿਲਾ, ਅਜਮੇਰ ਵਾਲਾ ਕਿਲਾ, ਮਾਲਵੇ ਦਾ ਕਿਲਾ, ਇਹ ਸਾਰਾ ਆਪਦਾ ਬਹੁਤ ਤਗੜਾ ਰਾਜਪਾਟ ਫੈਲਾ ਗਿਆ ਸੀ ਇਲਤੁਤਮਿਸ਼। ਬਸ ਉਹੀ ਗੱਲ, ਜਿਹੜਾ ਕੰਮ ਤਗੜਾ ਕਰੇ ਉਹਦੇ ਮੁੰਡੇ ਹਮੇਸ਼ਾ ਨਕੰਮੇ ਨਿਕਲਦੇ ਆ, ਉਹੀ ਹੈ ਬਸ ਸਾਰਾ ਧਿਆਨ ਇਹਦਾ ਰਾਜਪਾਟ ਕਰਨੀ ਸੀ, ਮੁੰਡਿਆਂ ਕਰਨੀ ਕੋਈ ਧਿਆਨ ਨਹੀਂ ਸੀ। ਤਾਂ ਇਹਦੇ ਮੁੰਡਿਆਂ ਦੇ ਨਾਂ ਦੇਖਦੇ ਆ, ਇਹਦੇ 3 ਜਵਾਕ ਸੀਗੇ, ਅਗਲੇ ਲੈਕਚਰ 'ਚ ਦੇਖਾਂਗੇ, ਮੈਂ ਉਹਨਾਂ ਦੇ ਨਾਂ ਲਿਖਣ ਜਾ ਰਿਹਾ 3। ਠੀਕ ਹੈ ਬਈ, ਕੌਣ ਕੌਣ ਸੀਗੇ। ਪਹਿਲਾ ਮੁੰਡਾ ਸੀ ਇਹਦਾ ਰੁਕਨੁਦੀਨ ਅਲੀ ਅਹਿਮਦ। ਦੂਜਾ ਬੇਰਾਮ ਸ਼ਾਹ। ਤੀਜਾ, ਇਹ ਤਾਂ ਤੁਸੀਂ ਸੁਣਿਆ ਹੀ ਹੋਏਗਾ ਵੀ, ਇਹਨੂੰ ਕੌਣ ਭੁੱਲ ਸਕਦਾ ਹੈ, ਰਜੀਆ ਸੁਲਤਾਨ। ਠੀਕ ਹੈ, ਇਹ ਤਾਂ ਪੱਕਾ ਹੀ ਸੁਣਿਆ ਹੋਏਗਾ, ਰਜੀਆ ਸੁਲਤਾਨ। ਬਾਕੀ ਆ ਰੁਕਨੁਦੀਨ ਜਾਂ ਬੇਰਾਮ ਸ਼ਾਹ, ਇਹ ਭਾਵੇਂ ਨਾ ਸੁਣੇ ਹੋਣ, ਰੁਕਨੁਦੀਨ, ਬੇਰਾਮ ਸ਼ਾਹ ਇਹ ਭਾਵੇਂ ਨਾ ਸੁਣੇ ਹੋਣ, ਬਟ ਇਹਦਾ ਨਾ ਸੁਣਿਆ ਹੋਏਗਾ। ਕਲੀਅਰ ਹੈ। ਬਸ ਇਹਨੂੰ ਆਹੀ ਟੈਨਸ਼ਨ ਸੀ, ਮੇਰੇ ਮੁੰਡੇ ਕੰਮ ਦੇ ਨਹੀਂ ਹੈ, ਪਤਾ ਨਹੀਂ ਕੱਲ ਨੂੰ ਕੀ ਬਣੂਗਾ ਇਹਨਾਂ ਦਾ, ਬਸ ਇਹੀ ਚੱਕਰ 'ਚ ਵਿਚਾਰਾ ਚੱਲ ਵਸਿਆ, ਤੇ ਕੌਣ ਚਲਾ ਗਿਆ, ਇਲਤੁਤਮਿਸ਼ ਚਲਾ ਗਿਆ। ਹੁਣ ਆਪਾਂ ਬਾਕੀ ਦੇਖਾਂਗੇ ਅਗਲੇ ਲੈਕਚਰ 'ਚ। ਕਲੀਅਰ ਹੋ ਗਈ ਗੱਲ ਨੂੰ। ਤਾਂ ਅੱਜ ਲਈ ਆਪਾਂ ਪੂਰੇ ਦਾ ਪੂਰਾ ਨੋਟ ਕੀਤਾ, ਕੀ ਕੀਤਾ ਆਪਾਂ, ਗੁਲਾਮ ਵੰਸ਼ ਚਲਾਇਆ ਸੀਗਾ। ਗੁਲਾਮ ਵੰਸ਼ ਦੇ ਵਿੱਚ ਆਪਾਂ 3 ਪੜ੍ਹੇ ਹੈ, ਕੁਤਬਦੀਨ ਐਬਕ, ਆਰਾਮ ਸ਼ਾਹ ਤੇ ਤੀਜਾ ਇਲਤੁਤਮਿਸ਼। ਠੀਕ ਹੈ, ਅੱਜ ਲਈ ਇੰਨਾ ਬਹੁਤ ਹੈ, ਆਪਾਂ ਅਗਲੇ ਲੈਕਚਰ 'ਚ ਮਿਲਾਂਗੇ। ਜੇ ਪਲੀਜ਼ ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ, ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ। ਆਹ ਆਪਾਂ ਨੈਕਸਟ ਐਪੀਸੋਡ 'ਚ ਦੇਖਦੇ ਹਾਂ। ਅੱਜ ਲਈ ਇੰਨਾ ਬਹੁਤ ਹੈ। ਰਾਧੇ ਰਾਧੇ, ਥੈਂਕ ਯੂ।